ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਪੰਜਾਬੀ ਦਾ ਕਤਲ, ਪੁਲਿਸ ਨੇ ਦੋਸਤ ਨੂੰ ਕੀਤਾ ਗ੍ਰਿਫਤਾਰ। ਸੁਪਰ ਵੀਜ਼ਾ ਕਿਉਂ ਹੋ ਰਹੀ ਰਿਫਿਊਜ, ਸਰਕਾਰ ਦੇ ਦਾਅਵੇ ਤੇ ਉੱਠੇ ਸਵਾਲ। ਪ੍ਰਵਾਸੀਆਂ ਨੂੰ ਮੈਡੀਕੇਅਰ ਕਾਰਡ ਵਾਸਤੇ ਆ ਰਹੀ ਪਰੇਸ਼ਾਨੀ, ਪ੍ਰਵਾਸੀਆਂ ਨੂੰ ਕਰਨਾ ਪੈ ਰਿਹਾ ਹੈ ਇਸ ਵਾਸਤੇ ਲੰਬਾ ਇੰਤਜ਼ਾਰ। ਇੱਕ ਮਹੀਨੇ ਵਿੱਚ ਘੱਟ ਹੋਈਆਂ 31,000 ਨੌਕਰੀਆਂ, ਜੁਲਾਈ ਮਹੀਨੇ ਬਾਰੇ ਆਈ ਤਾਜ਼ਾ ਜਾਣਕਾਰੀ। ਕੈਨੇਡਾ ਵਿੱਚ ਪੰਜਾਬੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਉਹਨਾਂ ਨੇ ਇਸ ਨੌਜਵਾਨ ਦੇ ਦੋਸਤ ਨੂੰ ਹਿਰਾਸਤ ਵਿੱਚ ਲਿਆ, ਜਿਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਹੋਰ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ। ਮਾਮਲਾ ਬ੍ਰੈਂਪਟਨ ਤੋਂ ਸਾਹਮਣੇ ਆਇਆ ਜਿੱਥੇ ਪੰਜਾਬੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਦਾ ਕਤਲ ਕੀਤਾ ਗਿਆ। ਇਸ ਬਾਰੇ ਹੁਣ ਤਾਜ਼ਾ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ। ਦਰਅਸਲ ਬ੍ਰੈਂਪਟਨ ਦੇ ਇੱਕ ਫਾਰਮ ਹਾਊਸ ਵਿੱਚ ਬੀਤੇ ਦਿਨੀ ਅੰਤਰਰਾਸ਼ਟਰੀ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ, ਜਿਸ ਦੀ ਪਹਿਚਾਣ ਪੁਲਿਸ ਨੇ ਲਖਬੀਰ ਸਿੰਘ ਬੈਂਸ ਦੇ ਤੌਰ ਤੇ ਦੱਸੀ ਹੈ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਕਾਰਵਾਈ ਕਰਦਿਆਂ ਪੀਲ ਪੁਲਿਸ ਵੱਲੋਂ ਉਸਦੇ ਹੀ ਦੋਸਤ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਉੱਪਰ ਚਾਰਜਸ ਲਗਾਉਣ ਦੀ ਵੀ ਗੱਲ ਕਹੀ ਜਾ ਰਹੀ ਹੈ। ਇਸ ਦੋਸਤ ਦੀ ਪਹਿਚਾਣ ਸ਼ਰਨਦੀਪ ਕੁਮਾਰ ਦੇ ਤੌਰ ਦੇ ਉੱਪਰ ਦੱਸੀ ਗਈ, ਜਿਸ ਦੀ 2 ਸਤੰਬਰ ਨੂੰ ਇਸ ਮਾਮਲੇ ਦੇ ਸੰਬੰਧ ਵਿੱਚ ਕੋਰਟ ਅੰਦਰ ਪੇਸ਼ੀ ਹੋਵੇਗੀ। ਦੱਸ ਦਈਏ ਕਿ ਮ੍ਰਿਤਕ ਲਖਵੀਰ ਸਿੰਘ ਬੈਂਸ ਪੰਜਾਬ ਦੇ ਬਲਾਚੌਰ ਨਾਲ ਸੰਬੰਧਿਤ ਹੈ। ਇਸ ਤੋਂ ਇਲਾਵਾ ਬ੍ਰੈਂਪਟਨ ਨਾਲ ਸੰਬੰਧਿਤ 31 ਸਾਲਾ ਲਕਸ਼ਵੀਰ ਸੰਗੇੜਾ ਦੀ ਜਾਰਜੀਅਨ ਬੇ ਵਿੱਚ ਡੁੱਬਣ ਕਾਰਨ ਮੌਤ ਵੀ ਹੋਈ। ਅਜਿਹੀ ਖਬਰ ਵੀ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲਕਸ਼ਵੀਰ ਸੰਗੇੜਾ ਨੂੰ ਜਿਹੜੇ ਲੋਕ ਨੇੜੇ ਖੜੇ ਹੋਏ ਸਨ, ਪਾਣੀ ਵਿੱਚੋਂ ਬਾਹਰ ਕੱਢਿਆ ਗਿਆ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਤੇ ਉਸ ਦੀ ਮੌਤ ਹੋ ਗਈ। ਸੁਪਰ ਵੀਜ਼ਾ ਵਾਲਿਆਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਸਾਰੇ ਸੁਪਰ ਵੀਜ਼ਾ ਅਜਿਹੇ ਨੇ ਜਿਨ੍ਹਾਂ ਨੂੰ ਕੈਨੇਡਾ ਵੱਲੋਂ ਰਿਫਿਊਜ਼ ਕੀਤਾ ਜਾ ਰਿਹਾ ਹੈ। ਇਸ ਦਾ ਕਾਰਨ ਹੈ ਜੋ ਇੱਕ ਨਵੀਂ ਸ਼ਰਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਕੀਤੀ ਗਈ, ਜਿਸ ਵਿੱਚ ਇੱਕੋ ਵਾਰ 'ਚ ਪੇਮੈਂਟ ਦੇਣ ਦੀ ਗੱਲ ਕਹੀ ਗਈ। ਜਦੋਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਤਾਂ ਇਸ ਸ਼ਰਤ ਦਾ ਉਹਨਾਂ ਵੱਲੋਂ ਜ਼ਿਕਰ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਸੁਪਰ ਵੀਜ਼ਾ ਰਿਫਿਊਜ਼ ਕੀਤੇ ਜਾ ਰਹੇ ਨੇ। ਸੁਪਰ ਵੀਜ਼ਾ ਵਾਸਤੇ ਜਿਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਉਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ। ਸੁਪਰ ਵੀਜ਼ਾ ਵਾਸਤੇ ਇੰਸ਼ੋਰੈਂਸ ਦੀ ਪੂਰੀ ਰਕਮ ਇੱਕੋ ਵਾਰ ਦੇਣ ਦੀ ਸ਼ਰਤ ਤੋਂ ਬਿਨੇਗਾਰ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਉਨ੍ਹਾਂ ਵੱਲੋਂ ਨਿਯਮਾਂ ਵਿੱਚ ਬਦਲਾਵ ਕਰਨ ਵਾਸਤੇ ਹੁਣ ਪਟੀਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਦਰਅਸਲ ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੁਪਰ ਵੀਜ਼ਾ ਦੀ ਅਰਜ਼ੀ ਵਾਸਤੇ ਸਾਰੀ ਮੈਡੀਕਲ ਇੰਸ਼ੋਰੈਂਸ ਫੀਸ ਇਕੱਠੀ ਦੇਣ ਦੀ ਸ਼ਰਤ ਨੂੰ ਲਾਗੂ ਕੀਤਾ ਹੈ, ਜਿਸ ਤੋਂ ਬਾਅਦ ਬਹੁਤ ਸਾਰੇ ਬਿਨੇਗਾਰ ਪਰੇਸ਼ਾਨ ਨਜ਼ਰ ਆ ਰਹੇ ਨੇ। ਇਸ ਬਾਰੇ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਸੁਪਰ ਵੀਜ਼ੇ ਦੀਆਂ ਅਰਜ਼ੀਆਂ ਨੂੰ ਇਸ ਕਾਰਨ ਰਿਫਿਊਜ਼ ਕੀਤਾ ਜਾ ਰਿਹਾ ਹੈ ਕਿ ਬਿਨੇਕਾਰਾਂ ਨੇ ਸਾਰੀ ਮੈਡੀਕਲ ਇੰਸ਼ੋਰੈਂਸ ਫੀਸ ਇਕੱਠੀ ਨਹੀਂ ਭਰੀ ਤੇ ਕਿਸ਼ਤਾਂ ਵਿੱਚ ਭਰਨ ਦੀ ਆਪਸ਼ਨ ਚੁਣੀ। ਇਸ ਸ਼ਰਤ ਵਿੱਚ ਤਬਦੀਲੀ ਵਾਸਤੇ ਇੱਕ ਪਟੀਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪਟੀਸ਼ਨ ਸ਼ੁਰੂ ਓਨਟਾਰੀਓ ਤੋਂ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਵੱਲੋਂ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਮੰਤਰਾਲੇ ਦਾ ਇਹ ਕਦਮ ਸਰਕਾਰ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਵਿੱਚ ਇਕੱਠੇ ਕਰਨ ਦੇ ਦਾਅਵੇ ਦੀ ਫੂਕ ਕੱਢ ਰਿਹਾ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਵਿੱਚ ਸੁਪਰ ਵੀਜ਼ਾ ਵੱਡੀ ਪੱਧਰ ਤੇ ਰਿਫਿਊਜ਼ ਹੋ ਰਿਹਾ ਹੈ ਤੇ ਇਸ ਦਾ ਕਾਰਨ ਇੰਸ਼ੋਰੈਂਸ ਦੀ ਸਾਰੀ ਰਕਮ ਇਕੱਠੀ ਨਾ ਭਰਨਾ ਹੈ। ਬਹੁਤ ਸਾਰੀਆਂ ਅਰਜ਼ੀਆਂ ਜੋ ਕਿ ਇਸ ਨਵੀਂ ਪਾਲਿਸੀ ਦੇ ਐਲਾਨ ਤੋਂ ਪਹਿਲਾਂ ਲਗਾਈਆਂ ਗਈਆਂ ਸਨ, ਉਹ ਵੀ ਰਿਫਿਊਜ਼ ਹੋ ਰਹੀਆਂ ਨੇ। 4 ਜੁਲਾਈ ਤੋਂ ਸੁਪਰ ਵੀਜ਼ਾ ਵਿੱਚ ਮਾਂ-ਬਾਪ ਦੇ ਸਟੇ ਤੋਂ ਇਲਾਵਾ ਹੋਰ ਨਵੀਆਂ ਸ਼ਰਤਾਂ ਲਾਗੂ ਹਨ, ਪਰ ਇਮੀਗ੍ਰੇਸ਼ਨ ਐਕਸਪਰਟਸ ਮੁਤਾਬਕ ਮੈਡੀਕਲ ਇੰਸ਼ੋਰੈਂਸ ਦੀ ਇਹ ਸ਼ਰਤ ਨੂੰ ਮੰਤਰਾਲੇ ਵੱਲੋਂ ਪ੍ਰਚਾਰਿਆ ਨਹੀਂ ਗਿਆ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ 7 ਜੂਨ ਨੂੰ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ, ਜਿਸ ਵਿੱਚ ਬਾਕੀ ਤਬਦੀਲੀਆਂ ਦਾ ਤਾਂ ਜ਼ਿਕਰ ਕੀਤਾ ਗਿਆ, ਪਰ ਮੈਡੀਕਲ ਇੰਸ਼ੋਰੈਂਸ ਦੀ ਸਾਰੀ ਰਕਮ ਇਕੱਠੀ ਭਰਨ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਪੇਰੈਂਟ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਸੰਬੰਧੀ ਕੈਨੇਡਾ ਵਿੱਚ ਮਾਂ-ਬਾਪ ਨੂੰ ਬੁਲਾਉਣ ਦੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਸ਼ਰਤਾਂ ਨੂੰ ਹੋਰ ਔਖਾ ਕੀਤਾ ਜਾ ਰਿਹਾ ਹੈ। ਪ੍ਰਵਾਸੀਆਂ ਨੂੰ ਹੁਣ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਉਹਨਾਂ ਨੂੰ ਮੈਡੀਕੇਅਰ ਕਾਰਡ ਲੈਣ ਵਾਸਤੇ ਕਾਫੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਜਾਣਕਾਰੀ ਨਿਊ ਬਰਨਸਵਿਕ ਸੂਬੇ ਤੋਂ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਕਿ ਬਹੁਤ ਸਾਰੇ ਪ੍ਰਵਾਸੀਆਂ ਨੂੰ 9 ਮਹੀਨੇ ਤੋਂ ਵੱਧ ਸਮੇਂ ਦਾ ਇੰਤਜ਼ਾਰ ਕਰਨਾ ਪਿਆ। ਨਿਊ ਬਰਨਸਵਿਕ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਨਵੇਂ ਆਏ ਪ੍ਰਵਾਸੀਆਂ ਨੂੰ ਮੈਡੀਕੇਅਰ ਕਾਰਡ ਲੈਣ ਵਾਸਤੇ ਕਾਫੀ ਜ਼ਿਆਦਾ ਸਮਾਂ ਲੱਗ ਰਿਹਾ ਹੈ। ਮੈਡੀਕੇਅਰ ਕਾਰਡ ਹਾਸਲ ਕਰਨ ਵਾਸਤੇ ਇਹਨਾਂ ਪ੍ਰਵਾਸੀਆਂ ਨੂੰ 9 ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਸੋਸ਼ਲ ਇੰਸ਼ੋਰੈਂਸ ਨੰਬਰ ਵਾਂਗ ਮੈਡੀਕੇਅਰ ਕਾਰਡ ਦੀ ਪ੍ਰਕਿਰਿਆ ਸਰਲ ਅਤੇ ਸੁਖਾਲੀ ਬਣਾਉਣ ਸੰਬੰਧੀ ਸੁਝਾਅ ਦਿੱਤੇ ਜਾ ਰਹੇ ਨੇ।
ਨਿਊ ਬਰਨਸਵਿਕ ਪ੍ਰੋਵਿੰਸ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਮੈਡੀਕਲ ਇਲਾਜ ਕਰਵਾਉਣ ਵਾਸਤੇ ਸੂਬਾ ਨਿਵਾਸੀਆਂ ਲਈ ਉਡੀਕ ਸਮਾਂ ਵੱਧ ਹੋ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਨਵੇਂ ਪ੍ਰਵਾਸੀ ਇੱਥੇ ਆਏ ਨੇ ਉਹਨਾਂ ਨੂੰ ਵੀ ਮੈਡੀਕੇਅਰ ਕਾਰਡ ਲੈਣ ਵਾਸਤੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਨਿਊ ਬਰਨਸਵਿਕ ਮਲਟੀ ਕਲਚਰਲ ਕੌਂਸਲ ਦੇ ਪ੍ਰੈਜ਼ੀਡੈਂਟ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਕੁਝ ਅਜਿਹੇ ਮਾਮਲੇ ਪਾਏ ਗਏ ਹਨ ਜਿੱਥੇ ਕਿ ਨਵੇਂ ਪ੍ਰਵਾਸੀਆਂ ਨੂੰ ਮੈਡੀਕੇਅਰ ਕਾਰਡ ਹਾਸਲ ਕਰਨ ਵਾਸਤੇ 9 ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪਿਆ ਅਤੇ ਉਡੀਕ ਸਮਾਂ ਹੋਰ ਵੀ ਵੱਧ ਜਾਪ ਰਿਹਾ ਹੈ। ਸੂਬਾ ਸਰਕਾਰ ਵੱਲੋਂ ਇਸ ਬਾਰੇ ਜਵਾਬ ਦਿੱਤਾ ਗਿਆ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਨਿਊ ਬਰਨਸਵਿਕ ਪਹੁੰਚਣ ਵਾਲੇ ਪ੍ਰਵਾਸੀ ਪਹਿਲੇ ਦਿਨ ਤੋਂ ਹੀ ਮੈਡੀਕੇਅਰ ਵਾਸਤੇ ਯੋਗ ਹੁੰਦੇ ਹਨ। ਸ਼ਰਤ ਹੈ ਕਿ ਉਹ ਯੋਗਤਾ ਸ਼ਰਤ ਨੂੰ ਪੂਰਾ ਕਰਦੇ ਹੋਣ ਅਤੇ ਉਹ ਨਿਊ ਬਰਨਸਵਿਕ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਚੁੱਕੇ ਹੋਣ। ਇਸ ਤੋਂ ਇਲਾਵਾ ਇੱਕ ਬਿਆਨ ਵਿੱਚ ਸੂਬਾ ਸਰਕਾਰ ਨੇ ਕਿਹਾ ਕਿ ਉਡੀਕ ਸਮਾਂ ਘਟਾਉਣ ਵਾਸਤੇ ਵੱਧ ਸਟਾਫ ਭਰਤੀ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਵਿੱਚ ਅਰਜ਼ੀ ਦੀ ਪ੍ਰੋਸੈਸਿੰਗ ਕਰਨ ਵਿੱਚ ਲਗਭਗ 15 ਹਫ਼ਤੇ ਲੱਗਦੇ ਨੇ, ਪਰ ਜਿਹੜੇ ਲੋਕ ਮੈਡੀਕੇਅਰ ਕਾਰਡ ਦੀ ਉਡੀਕ ਕਰ ਰਹੇ ਨੇ ਉਹਨਾਂ ਨੂੰ ਮੈਡੀਕੇਅਰ ਕਾਰਡ ਨੂੰ ਟਾਲਣਾ ਜਾਂ ਫਿਰ ਉਸ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਪ੍ਰੋਵਿੰਸ ਦੇ ਸਿਹਤ ਵਿਭਾਗ ਦੇ ਸਪੋਕਸਪਰਸਨ ਵੱਲੋਂ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਮੈਡੀਕੇਅਰ ਕਾਰਡ ਦੀ ਉਡੀਕ ਕਰ ਰਹੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਉਹ ਮਨਜ਼ੂਰ ਹੁੰਦੇ ਹਨ ਤਾਂ ਉਹਨਾਂ ਦੇ ਨਿਊ ਬਰਨਸਵਿਕ ਪਹੁੰਚਣ ਜਾਂ ਫਿਰ ਕੈਨੇਡੀਅਨ ਇਮੀਗ੍ਰੇਸ਼ਨ ਦੇ ਡਾਕੂਮੈਂਟਸ ਤੇ ਦਰਜ ਤਾਰੀਖ ਜਿਹੜੀ ਵੀ ਸਭ ਤੋਂ ਬਾਅਦ ਦੀ ਹੋਵੇ ਮੁਤਾਬਕ ਪਿਛਲੀਆਂ ਤਾਰੀਖਾਂ ਤੋਂ ਮੈਡੀਕੇਅਰ ਕਾਰਡ ਪ੍ਰਭਾਵੀ ਹੋ ਜਾਂਦਾ ਹੈ। ਪ੍ਰੋਵਿੰਸ ਨੇ ਕਿਹਾ ਕਿ ਜਿਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ ਤੇ ਉਹਨਾਂ ਦੇ ਹੱਥ ਵਿੱਚ ਮੈਡੀਕੇਅਰ ਕਾਰਡ ਨਹੀਂ ਹੁੰਦਾ, ਉਹਨਾਂ ਵਾਸਤੇ ਵੀ ਪ੍ਰੋਸੈਸਿੰਗ ਮੌਜੂਦ ਹੈ। ਕੈਨੇਡਾ ਤੋਂ ਨੌਕਰੀਆਂ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ 31,000 ਨੌਕਰੀਆਂ ਘੱਟ ਹੋਈਆਂ ਨੇ। ਆਰਥਿਕਤਾ ਦੇ ਵਿੱਚ ਇਹ ਜਿਹੜਾ ਬਦਲਾਅ ਆਇਆ, ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਆંકੜੇ ਜਾਰੀ ਕੀਤੇ ਗਏ। ਇਹ ਵੀ ਦੱਸਿਆ ਗਿਆ ਹੈ ਕਿ ਬੇਰੁਜ਼ਗਾਰੀ ਦਰ ਪਹਿਲਾਂ ਵਾਲੇ ਆંકੜੇ ਤੇ ਹੀ ਬਰਕਰਾਰ ਰਹੀ ਹੈ। ਜੁਲਾਈ ਮਹੀਨੇ ਦੌਰਾਨ ਕੈਨੇਡਾ ਵਿੱਚ ਕਿੰਨੀਆਂ ਨੌਕਰੀਆਂ ਘੱਟ ਹੋਈਆਂ, ਇਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡਾ ਵਿੱਚ ਜੁਲਾਈ ਮਹੀਨੇ 31,000 ਨੌਕਰੀਆਂ ਖਤਮ ਹੋ ਗਈਆਂ ਤੇ ਇਸ ਤਰ੍ਹਾਂ ਇਹ ਲਗਾਤਾਰ ਦੂਸਰਾ ਮਹੀਨਾ ਹੈ ਜਿੱਥੇ ਕਮੀ ਦਰਜ ਕੀਤੀ ਗਈ ਹੋਵੇ। ਜਿਹੜੇ ਤਾਜ਼ਾ ਅੰਕੜੇ ਸਾਹਮਣੇ ਆਏ ਨੇ ਉਹਨਾਂ ਤੋਂ ਪਤਾ ਚੱਲਿਆ ਹੈ ਕਿ ਬੇਰੁਜ਼ਗਾਰੀ ਦਰ ਇਸ ਮਹੀਨੇ 4.9% ਤੇ ਹੀ ਬਰਕਰਾਰ ਰਹੀ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਨਵੇਂ ਅੰਕੜੇ ਜਾਰੀ ਕੀਤੇ ਗਏ, ਜਿਸ ਮੁਤਾਬਕ ਕੈਨੇਡਾ ਵਿੱਚ ਜੁਲਾਈ ਮਹੀਨੇ 30,600 ਨੌਕਰੀਆਂ ਖਤਮ ਹੋ ਗਈਆਂ। ਇਹ ਲਗਾਤਾਰ ਦੂਸਰਾ ਮਹੀਨਾ ਹੈ ਜਦੋਂ ਜੌਬ ਮਾਰਕੀਟ ਵਿੱਚ ਗਿਰਾਵਟ ਦਰਜ ਕੀਤੀ ਗਈ ਹੋਵੇ। ਜੂਨ ਮਹੀਨੇ ਵਿੱਚ ਵੀ ਕੈਨੇਡੀਅਨ ਅਰਥਚਾਰੇ ਵਿੱਚੋਂ 43,000 ਨੌਕਰੀਆਂ ਖਤਮ ਹੋਈਆਂ ਸਨ। ਸਰਵਿਸ ਸੈਕਟਰ ਵਿੱਚ 53,000 ਨੌਕਰੀਆਂ ਖਤਮ ਹੋਈਆਂ, ਪਰ ਵਸਤੂ ਨਿਰਮਾਣ ਸੈਕਟਰ ਵਿੱਚ 23,000 ਨੌਕਰੀਆਂ ਪੈਦਾ ਹੋਣ ਦਾ ਅੰਕੜਾ ਸਾਹਮਣੇ ਆਇਆ। ਇਸ ਗਿਰਾਵਟ ਦੇ ਬਾਵਜੂਦ ਦੇਸ਼ ਦੀ ਬੇਰੁਜ਼ਗਾਰੀ ਦਰ 4.9% ਤੇ ਬਰਕਰਾਰ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਜੁਲਾਈ ਦੇ ਆਖਿਰ ਤੱਕ ਦੇ ਅੰਕੜਿਆਂ ਮੁਤਾਬਕ ਕਰੀਬ 1 ਮਿਲੀਅਨ ਲੋਕ ਅਧਿਕਾਰਤ ਤੌਰ ਤੇ ਬੇਰੁਜ਼ਗਾਰੀ ਦੀ ਕੈਟੇਗਰੀ ਵਿੱਚ ਹਨ, ਜਿਸ ਦਾ ਮਤਲਬ ਹੈ ਕਿ ਉਹ ਨੌਕਰੀਆਂ ਲੱਭ ਰਹੇ ਨੇ ਪਰ ਉਹਨਾਂ ਕੋਲ ਨੌਕਰੀਆਂ ਨਹੀਂ ਨੇ। 4,26,000 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਨੌਕਰੀ ਚਾਹੀਦੀ ਸੀ ਪਰ ਉਹ ਜੁਲਾਈ ਵਿੱਚ ਨੌਕਰੀਆਂ ਨਹੀਂ ਲੱਭ ਰਹੇ ਸਨ। ਇਸ ਕਾਰਨ ਉਹਨਾਂ ਨੂੰ ਲੇਬਰ ਫੋਰਸ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਕੈਨੇਡਾ ਦੀ ਜੌਬ ਮਾਰਕੀਟ ਅਮਰੀਕਾ ਦੇ ਬਿਲਕੁਲ ਉਲਟ ਜਾਪ ਰਹੀ ਹੈ। ਅਮਰੀਕਾ ਵਿੱਚ ਜੁਲਾਈ ਮਹੀਨੇ 5,28,000 ਨਵੀਆਂ ਨੌਕਰੀਆਂ ਪੈਦਾ ਹੋਈਆਂ, ਜੋ ਕਿ ਅਰਥ ਸ਼ਾਸਤਰੀਆਂ ਦੇ ਅੰਦਾਜ਼ੇ ਨਾਲੋਂ ਦੁੱਗਣਾ ਅੰਕੜਾ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਸਨ, ਜਿਸ ਵਿੱਚ ਪਿਛਲੇ ਮਹੀਨੇ ਦੀ ਜਾਣਕਾਰੀ ਦਿੱਤੀ ਗਈ, ਉਸ ਵਿੱਚ ਵੀ ਨੌਕਰੀਆਂ ਘੱਟ ਹੋਣ ਦੇ ਬਾਰੇ ਦੱਸਿਆ ਗਿਆ ਸੀ। ਜ਼ਿਕਰਯੋਗ ਹੈ ਕਿ ਆਰਥਿਕਤਾ ਦੇ ਉੱਪਰ ਕਰੋਨਾ ਵਾਇਰਸ ਦਾ ਅਸਰ ਪਿਆ, ਜਿਸ ਤੋਂ ਬਾਅਦ ਹੁਣ ਹੌਲੀ-ਹੌਲੀ ਜੋ ਇਕਨੋਮੀ ਹੈ ਉਹ ਲੀਹਾਂ ਤੇ ਪਰਤਣ ਲੱਗੀ ਹੈ। ਹਥਿਆਰਾਂ ਖਿਲਾਫ ਫੈਡਰਲ ਸਰਕਾਰ ਸਖਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ, ਜਿੱਥੇ ਉਹਨਾਂ ਵੱਲੋਂ ਹੈਂਡਗਨ ਦੀ ਇੰਪੋਰਟ ਉੱਪਰ ਰੋਕ ਲਗਾਉਣ ਸੰਬੰਧੀ ਜਾਣਕਾਰੀ ਦਿੱਤੀ ਗਈ। ਪਬਲਿਕ ਸੇਫਟੀ ਮਿਨਿਸਟਰ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ ਤੇ ਉਹਨਾਂ ਨਾਲ ਵਿਦੇਸ਼ ਮੰਤਰੀ ਜੌਲੀ ਵੀ ਮੌਜੂਦ ਸਨ। ਕੈਨੇਡਾ ਵੱਲੋਂ ਹੁਣ ਹੈਂਡਗਨ ਤੇ ਰੋਕ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹੈਂਡਗਨ ਦੇ ਆਯਾਤ ਤੇ ਆਰਜ਼ੀ ਰੋਕ ਕੈਨੇਡਾ ਵੱਲੋਂ ਹੁਣ ਲਗਾਈ ਜਾਵੇਗੀ। ਅੰਕੜਿਆਂ ਮੁਤਾਬਕ ਹੈਂਡਗਨ ਦੀ ਖਰੀਦ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਕੈਨੇਡਾ ਇੱਕ ਕਦਮ ਚੁੱਕਣ ਜਾ ਰਿਹਾ ਹੈ। ਪਬਲਿਕ ਸੇਫਟੀ ਮਿਨਿਸਟਰ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਫੈਡਰਲ ਸਰਕਾਰ ਹੈਂਡਗਨ ਦੇ ਇੰਪੋਰਟ ਤੇ ਸਥਾਈ ਪਾਬੰਦੀ ਲਾਗੂ ਹੋਣ ਤੱਕ ਇਸ ਤੇ ਆਰਜ਼ੀ ਰੋਕ ਲਗਾ ਰਹੀ ਹੈ। ਬਗੈਰ ਪਾਰਲੀਮੈਂਟ ਦੀ ਮਨਜ਼ੂਰੀ ਦੇ ਇੱਕ ਰੈਗੂਲੇਟਰੀ ਉਪਾਅ ਰਾਹੀਂ ਇਹ ਫੈਸਲਾ 2 ਹਫ਼ਤਿਆਂ ਵਿੱਚ ਲਾਗੂ ਹੋ ਜਾਵੇਗਾ। ਜਿਸ ਵੇਲੇ ਸੇਫਟੀ ਮਿਨਿਸਟਰ ਵੱਲੋਂ ਐਲਾਨ ਕੀਤਾ ਗਿਆ ਤੇ ਉਹਨਾਂ ਨਾਲ ਕੈਨੇਡਾ ਦੀ ਵਿਦੇਸ਼ ਮੰਤਰੀ ਵੀ ਮੌਜੂਦ ਸੀ।
ਸਥਾਈ ਪਾਬੰਦੀ ਲਾਗੂ ਹੋਣ ਤੱਕ ਇਹ ਅਸਥਾਈ ਬੈਨ ਹੁਣ ਲਾਗੂ ਰਹੇਗਾ। ਦੱਸਿਏ ਕਿ ਮਈ ਵਿੱਚ ਫੈਡਰਲ ਸਰਕਾਰ ਨੇ ਗਨ ਕੰਟਰੋਲ ਕਾਨੂੰਨ ਪੇਸ਼ ਕੀਤਾ ਸੀ, ਜਿਸ ਅਧੀਨ ਕੈਨੇਡਾ ਵਿੱਚ ਰਾਸ਼ਟਰੀ ਪੱਧਰ ਤੇ ਹੈਂਡਗਨ ਦੀ ਦਰਾਮਦ, ਖਰੀਦ, ਵਿਕਰੀ ਅਤੇ ਟ੍ਰਾਂਸਫਰ ਕਰਨ ਤੇ ਰੋਕਣ ਦੀ ਵਿਵਸਥਾ ਹੈ। ਪਾਰਲੀਮੈਂਟ ਦੇ ਗਰਮੀਆਂ ਦੇ ਸੈਸ਼ਨ ਦੌਰਾਨ ਇਹ ਕਾਨੂੰਨ ਪਾਸ ਨਹੀਂ ਹੋ ਸਕਿਆ ਤੇ ਅਗਲੇ ਸੈਸ਼ਨ ਵਿੱਚ ਐਮਪੀਜ਼ ਇਸ ਉੱਪਰ ਬਹਿਸ ਕਰਨਗੇ। ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਜੋਲੀ ਨੇ ਕਿਹਾ ਕਿ ਉਨ੍ਹਾਂ ਕੋਲ ਕੈਨੇਡਾ ਵਿੱਚ ਕਿਸੇ ਵੀ ਆਯਾਤ ਜਾਂ ਫਿਰ ਨਿਰਯਾਤ ਪਰਮਿਟ ਤੇ ਪਾਬੰਦੀ ਲਗਾਉਣ ਦਾ ਹੱਕ ਹੈ। ਮਿਨਿਸਟਰ ਜੋਲੀ ਨੇ ਕਿਹਾ ਕਿ ਮਾਰਕੋ ਨਾਲ ਗੱਲ ਕਰਦੇ ਸਮੇਂ ਸਾਨੂੰ ਪਰਮਿਟ ਜ਼ਰੂਰੀ ਕਰਨ ਦੇ ਲਈ ਇਹ ਨਵੀਂ ਪ੍ਰਣਾਲੀ ਨੂੰ ਤਿਆਰ ਕਰਨ ਦਾ ਖਿਆਲ ਆਇਆ ਸੀ, ਪਰ ਇਸ ਦੌਰਾਨ ਅਸੀਂ ਕਿਸੇ ਵੀ ਪਰਮਿਟ ਤੋਂ ਇਨਕਾਰ ਕਰਾਂਗੇ। ਆਰਜ਼ੀ ਪਾਬੰਦੀ ਕਾਰੋਬਾਰਾਂ ਨੂੰ ਕੈਨੇਡਾ ਵਿੱਚ ਹੈਂਡਗਨ ਆਯਾਤ ਕਰਨ ਤੋਂ ਰੋਕੇਗੀ। ਮਈ ਮਹੀਨੇ ਵਿੱਚ ਪੇਸ਼ ਕੀਤੇ ਗਏ ਕਾਨੂੰਨ ਅੰਦਰ ਸ਼ਾਮਲ ਕੁਝ ਛੋਟਾਂ ਆਰਜ਼ੀ ਬੈਨ ਦੌਰਾਨ ਵੀ ਪ੍ਰਭਾਵਿਤ ਹੋਣਗੀਆਂ। ਦੱਸਣਯੋਗ ਹੈ ਕਿ ਹੈਂਡਗਨ ਦੀ ਸੇਲ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ। ਜਨਵਰੀ ਅਤੇ ਜੂਨ ਦੇ ਦਰਮਿਆਨ ਕੈਨੇਡਾ ਵਿੱਚ 26.4 ਮਿਲੀਅਨ ਡਾਲਰ ਦੀਆਂ ਪਿਸਤੌਲਾਂ ਅਤੇ ਰਿਵਾਲਵਰ ਆਯਾਤ ਕੀਤੇ ਗਏ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 52% ਵੱਧ ਦੱਸੇ ਜਾ ਰਹੇ ਨੇ। ਪੰਜਾਬੀ ਮੂਲ ਦੇ ਹਾਕੀ ਖਿਡਾਰੀ ਦੀ ਮੌਤ ਦਾ ਮਾਮਲਾ ਪਿਛਲੇ ਦਿਨੀ ਸਾਹਮਣੇ ਆਇਆ, ਜਿਸ ਦੀ ਮੌਤ ਅਮਰੀਕਾ ਦੇ ਵਿੱਚ ਹੋਈ ਸੀ। ਇਸ ਦੀ ਮੌਤ ਕਿਵੇਂ ਹੋਈ ਇਹ ਕਾਰਨ ਅਜੇ ਪਤਾ ਨਹੀਂ ਲੱਗ ਸਕੇ, ਪਰ ਖਬਰ ਸਾਹਮਣੇ ਆ ਰਹੀ ਹੈ ਕਿ ਐਤਵਾਰ ਵਾਲੇ ਦਿਨ ਸਰੀ ਵਿੱਚ ਇਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਕੈਨੇਡਾ ਵਿੱਚ ਪੰਜਾਬੀ ਮੂਲ ਦੇ ਹਾਕੀ ਖਿਡਾਰੀ ਦੀ ਮੌਤ ਤੋਂ ਬਾਅਦ ਹੁਣ ਸਰੀ ਵਿੱਚ ਐਤਵਾਰ ਵਾਲੇ ਦਿਨ ਹਾਕੀ ਖਿਡਾਰੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਦੱਸਿਏ ਕਿ ਇਸ ਪੰਜਾਬੀ ਮੂਲ ਦੇ ਹਾਕੀ ਖਿਡਾਰੀ, ਜਿਸ ਦਾ ਨਾਮ ਪਰਮਜੋਤ ਧਾਲੀਵਾਲ ਹੈ, ਉਸ ਦੀ ਮੌਤ 30 ਜੁਲਾਈ ਨੂੰ ਹੋਈ ਸੀ। ਹੁਣ ਤਾਜ਼ਾ ਜਾਣਕਾਰੀ ਮੁਤਾਬਕ ਇਸ ਹਾਕੀ ਖਿਡਾਰੀ ਪਰਮਜੋਤ ਧਾਲੀਵਾਲ ਦਾ ਅੰਤਿਮ ਸੰਸਕਾਰ ਡੈਲਟਾ ਦੇ ਰਿਵਰਸਾਈਡ ਫਿਊਨਰਲ ਹੋਮ ਵਿੱਚ 7 ਅਗਸਤ ਨੂੰ ਭਾਵ ਐਤਵਾਰ ਨੂੰ 10 ਵਜੇ ਕੀਤਾ ਜਾਵੇਗਾ। ਪਰਮ ਦੀ ਅੰਤਿਮ ਅਰਦਾਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿੱਚ ਹੋਵੇਗੀ। ਦੱਸ ਦਈਏ ਕਿ ਧਾਲੀਵਾਲ 30 ਜੁਲਾਈ ਨੂੰ ਨਿਊਯਾਰਕ ਦੇ ਇੱਕ ਹੋਟਲ ਵਿੱਚ ਮ੍ਰਿਤਕ ਪਾਇਆ ਗਿਆ ਸੀ। ਇਸ ਦੀ ਜਾਣਕਾਰੀ ਉਸ ਦੀ ਟੀਮ ਵੈਸਟ ਕਲੋਨਾ ਵਾਰੀਅਰ ਵੱਲੋਂ ਟਵਿੱਟਰ ਉੱਪਰ ਸਾਂਝੀ ਕੀਤੀ ਗਈ। ਧਾਲੀਵਾਲ ਦੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਇਸ ਮਾਮਲੇ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਸਰੀ ਨਿਵਾਸੀ ਪਰਮ ਲੰਬੇ ਸਮੇਂ ਤੋਂ ਹਾਕੀ ਨਾਲ ਜੁੜਿਆ ਹੋਇਆ ਸੀ। ਵੈਸਟ ਕਿਲੋਨਾ ਵਾਰੀਅਰ ਨਾਲ ਜੁੜਨ ਤੋਂ ਪਹਿਲਾਂ ਧਾਲੀਵਾਲ ਸਰੀ, ਬਰਨਵੀ ਅਤੇ ਚਿਲਵੈਕ ਦੇ ਕਲੱਬਾਂ ਨਾਲ ਖੇਡ ਚੁੱਕਿਆ ਹੈ। ਦੱਸ ਦਈਏ ਕਿ ਪਰਮ ਦੇ ਸਾਥੀ ਖਿਡਾਰੀਆਂ ਵੱਲੋਂ ਉਸ ਨੂੰ ਇੱਕ ਬਿਹਤਰੀਨ ਖਿਡਾਰੀ ਦੇ ਤੌਰ ਤੇ ਯਾਦ ਕੀਤਾ ਜਾ ਰਿਹਾ ਹੈ। ਸਾਥੀ ਖਿਡਾਰੀਆਂ ਨੇ ਧਾਲੀਵਾਲ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਧਾਲੀਵਾਲ ਦੀ ਯਾਦ ਵਿੱਚ ਸਰੀ ਦੇ ਪ੍ਰਿੰਸ ਚਾਰਲਸ ਐਲੀਮੈਂਟਰੀ ਸਕੂਲ ਵਿੱਚ ਇੱਕ ਵਿਜਲ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ, ਜੋ ਕਿ ਇੱਥੇ ਐਤਵਾਰ ਵਾਲੇ ਦਿਨ ਹੀ ਹੋਣ ਜਾ ਰਿਹਾ ਹੈ। ਇੱਕ ਕੈਂਡਲ ਵਿਲੇਜ ਪ੍ਰਿੰਸ ਚਾਰਲਸ ਐਲੀਮੈਂਟਰੀ ਸਕੂਲ ਵਿੱਚ 7 ਅਗਸਤ ਨੂੰ ਸ਼ਾਮ 7 ਵਜੇ ਕਰਵਾਇਆ ਜਾ ਰਿਹਾ ਹੈ, ਜਿੱਥੇ तमाम ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਪਰਮ ਨੂੰ ਯਾਦ ਕੀਤਾ ਜਾਵੇਗਾ ਤੇ ਉਸ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਓਨਟਾਰੀਓ ਤੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਦੇ ਬਾਰੇ ਖਬਰ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਮੌਜੂਦਾ ਸਮੇਂ ਸੂਬੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ। ਪਤਾ ਚੱਲਿਆ ਕਿ ਪਹਿਲਾਂ ਦੇ ਮੁਕਾਬਲੇ ਹਾਲਾਤ ਸੁਧਰਦੇ ਹੋਏ ਦਿਖਾਈ ਦੇ ਰਹੇ ਨੇ। 7ਵੀਂ ਲਹਿਰ ਦੇ ਬਾਰੇ ਕੀ ਜਾਣਕਾਰੀ ਦਿੱਤੀ ਗਈ, ਆਓ ਤੁਹਾਨੂੰ ਸੁਣਾਉਂਦੇ ਹਾਂ। ਓਨਟਾਰੀਓ ਵਿੱਚ ਕੋਰੋਨਾ ਵਾਇਰਸ ਦੀ ਕੀ ਸਥਿਤੀ ਹੈ, ਇਸ ਨਾਲ ਚੀਫ ਮੈਡੀਕਲ ਆਫੀਸਰ ਆਫ ਹੈਲਥ ਵੱਲੋਂ ਜਾਣੂ ਕਰਵਾਇਆ ਗਿਆ। ਸੂਬੇ ਵਿੱਚ ਕੋਰੋਨਾ ਵਾਇਰਸ ਦੀ ਜੋ 7ਵੀਂ ਲਹਿਰ ਸ਼ੁਰੂ ਹੋਈ ਸੀ, ਇਸ ਬਾਰੇ ਉਹ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ। ਆਫੀਸ਼ੀਅਲ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਲੱਗੇ ਨੇ। ਇੱਥੇ ਪਿਛਲੇ ਹਫ਼ਤੇ 46 ਮੌਤਾਂ ਕੋਰੋਨਾ ਵਾਇਰਸ ਕਾਰਨ ਦਰਜ ਕੀਤੀਆਂ ਗਈਆਂ, ਜਦਕਿ ਪਹਿਲਾਂ ਇਹਨਾਂ ਦਾ ਅੰਕੜਾ ਵੱਧ ਦੱਸਿਆ ਜਾ ਰਿਹਾ ਸੀ। ਹੁਣ ਸੂਬੇ ਤੋਂ ਕੋਰੋਨਾ ਵਾਇਰਸ ਦੇ ਬਾਰੇ ਹੋਰ ਕੀ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। We won't have widespread outbreaks within schools that lead to, class dismissals and things like that. But masks can still be really helpful. If the COVID incidence is going up and there are a lot of cases, you can prevent infection by having masking within classrooms in areas where people are indoors and in close proximity. And that will reduce the disruptions in the school year of your child. But also, if your child happens to get COVID-19 infection, after the 5 days of isolation and they're able to go back to school, just remember that anytime you're in public, you continue to wear a mask by public health rules for at least that 10 days that we know is important as a risk period. So, there's a good chance that masks are going to be needed at some point through the school year. And so I just
recommend that people stock up on them. And some people may choose to have their kids go to school with the mask on the entire school year if numbers and variants are changing, et cetera. So it's a wise thing. Ensuring your symptoms are better before you come out of isolation. I'm not sure how well people are actually adhering to that second part, but it's really important because of what you mentioned. And this isn't the first study to show that, there is a risk of people possibly being infectious beyond the 5 days and up to 10 days. And I would say, all the evidence at this point still points to there are going to be some people who could be infectious up to 10 days. And so I think this is trying to strike a balance so that people are not stuck at home for such a prolonged period of time, which, affects not just individuals and your well-being, being stuck at home in isolation, but also productivity and other things like that. And financially has implications with the highest period of time that people are infectious. And probably in that first, 5-6 days, that would be the majority of people's highest risk of infectiousness. But it doesn't mean that some people aren't going to have some lingering infectiousness beyond. ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੰਗ ਕੀਤੀ ਗਈ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਮੰਗ ਕੀਤੀ। ਜੋ ਸਟਾਫ ਦੀ ਕਮੀ ਹੈ ਉਸ ਨੂੰ ਲੈ ਕੇ ਜਗਮੀਤ ਸਿੰਘ ਬੋਲਦੇ ਹੋਏ ਦਿਖਾਈ ਦਿੱਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਬੋਲਣਾ ਚਾਹੀਦਾ ਹੈ। ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਵਾਰ ਫਿਰ ਤੋਂ ਘੇਰਿਆ ਗਿਆ। ਇਸ ਵਾਰ ਉਹਨਾਂ ਵੱਲੋਂ ਸਟਾਫ ਦੀ ਕਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਖਾਸ ਮੰਗ ਕੀਤੀ ਹੈ। जी हाँ, एनडीपी लीडर जगमीत सिंह ਵੱਲੋਂ ਪ੍ਰਧਾਨ ਮੰਤਰੀ ਟਰੂਡੋ ਤੋਂ ਮੰਗ ਕੀਤੀ ਹੈ ਕਿ ਸਟਾਫ ਦੀ ਕਮੀ ਅਤੇ ਈਆਰ ਬੰਦ ਹੋਣ ਸੰਬੰਧੀ ਟਰੂਡੋ ਨੂੰ ਹੁਣ ਆਪਣੇ ਵਿਚਾਰ ਰੱਖਣੇ ਚਾਹੀਦੇ ਨੇ। ਕੈਨੇਡਾ ਦੇ ਹੈਲਥ ਕੇਅਰ ਸਿਸਟਮ ਨੂੰ ਲੈ ਕੇ ਇਹ ਮੰਗ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੀਤੀ ਗਈ ਹੈ ਤਾਂ ਕਿ ਪਤਾ ਲੱਗ ਸਕੇ ਕਿ ਇੰਟਰਨੈਸ਼ਨਲੀ ਟ੍ਰੇਨਡ ਵਰਕਰਸ ਅਤੇ ਲੌਂਗ ਟਰਮ ਕੇਅਰ ਵਰਕਰਸ ਵਾਸਤੇ ਕੀ ਕੀਤਾ ਜਾ ਰਿਹਾ ਹੈ। ਇਹਨਾਂ तमाम ਗੱਲਾਂ ਦੀ ਸਾਂਝ ਜਗਮੀਤ ਸਿੰਘ ਵੱਲੋਂ ਓਨਟਾਰੀਓ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਾਈ ਗਈ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇਸ ਦੌਰਾਨ ਹੋਰ ਕੀ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। Of the Ontario Nurses Association, Catherine Hoy, will talk a little bit about what this means for nurses, particularly who are among some of the hardest working people, but who are faced with the overtime hours of working long days, not having time off, being under-resourced, understaffed, and how difficult that is, and how many are leaving the profession as a result. And so we are feeling the impact of that. We're also calling for some solutions because we know this is very serious, but there are solutions. First and foremost, the federal government has a role to play, and Prime Minister Justin Trudeau needs to show up. He has not been present when the premiers have called for meetings talking about increasing the healthcare transfer. We know our healthcare system needs more funding and has needed that for years. In fact, decades of Liberals and Conservatives being in power in Ottawa has meant that our healthcare funding, which used to be 50-50 between provinces and the federal government, has been eroded to the point that it's hovering around 22% that the contribution is at the federal level, which is abysmally low and directly has contributed to some of the underfunding that we're seeing across the country. But there's other things that we can do, and we're calling for two specific things that this government can do right now. There are a lot of internationally trained healthcare workers that need to get qualified and want to work in Canada, want to contribute, but can't because of barriers, whether they're immigration barriers or qualification or recognition of their international training. And so we need to have a federal approach to accelerating that. In Ontario alone, there's 15,000 nurses. ਯਾਤਰੀਆਂ ਨੂੰ 에ਅਰਪੋਰਟ ਤੇ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਸ ਦਾ ਹੱਲ ਕੱਢਿਆ ਗਿਆ। 에ਅਰਪੋਰਟ ਅਥਾਰਟੀਜ਼ ਵੱਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਯਾਤਰੀਆਂ ਨੂੰ ਘੱਟ ਸਮਾਂ ਲੱਗ ਰਿਹਾ ਹੈ ਤੇ ਉਹਨਾਂ ਨੂੰ ਉਡਾਨਾਂ ਵਿੱਚ ਦੇਰੀ ਦਾ ਵੀ ਸਾਹਮਣਾ ਨਹੀਂ ਕਰਨਾ ਪੈ ਰਿਹਾ। 에ਅਰਪੋਰਟ ਤੇ ਯਾਤਰੀਆਂ ਨੂੰ ਆਉਣ ਵਾਲੀ ਪਰੇਸ਼ਾਨੀ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਟੋਰਾਂਟੋ ਪੀਅਰਸਨ 에ਅਰਪੋਰਟ ਦੇ ਉੱਪਰ ਹੁਣ ਯਾਤਰੀਆਂ ਨੂੰ ਫਲਾਈਟ ਵਿੱਚ ਹੋਣ ਵਾਲੀ ਦੇਰੀ ਦਾ ਘੱਟ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ 에ਅਰਪੋਰਟ ਉੱਪਰ ਹੁਣ ਲੰਬਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਜੀ ਹਾਂ, ਗ੍ਰੇਟਰ ਟੋਰਾਂਟੋ 에ਅਰਪੋਰਟ ਅਥਾਰਟੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਯਾਤਰੀਆਂ ਦੀ ਪਰੇਸ਼ਾਨੀ ਦਾ ਹੱਲ ਨਿਕਲ ਗਿਆ ਹੈ ਤੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਜੋ ਯਾਤਰੀਆਂ ਨੂੰ ਪਰੇਸ਼ਾਨੀ ਹੋ ਰਹੀ ਸੀ ਅਜਿਹਾ ਹੁਣ ਉਹਨਾਂ ਨੂੰ ਨਹੀਂ ਨਜ਼ਰ ਆ ਰਿਹਾ। ਇਹਨਾਂ तमाम ਗੱਲਾਂ ਬਾਰੇ 에ਅਰਪੋਰਟ ਪ੍ਰੈਜ਼ੀਡੈਂਟ ਅਤੇ CEO ਵੱਲੋਂ ਜਾਣਕਾਰੀ ਦਿੱਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਪਿਛਲੇ ਹਫ਼ਤੇ 46% ਉਡਾਨਾਂ ਬਿਲਕੁਲ ਸਮੇਂ ਉੱਪਰ ਸੀ ਜਦਕਿ ਪਹਿਲਾਂ ਇਸ ਦੀ ਗਿਣਤੀ ਘੱਟ ਦੱਸੀ ਗਈ। ਡੋਮੈਸਟਿਕ ਟਰੈਵਲ ਵਾਸਤੇ ਜਿਹੜਾ ਆਪਣੇ ਬੈਗ ਸੰਬੰਧੀ ਯਾਤਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਸੀ ਉਸ ਵਿੱਚ ਵੀ ਹੁਣ ਸੁਧਾਰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਭਾਵ ਕਿ ਯਾਤਰੀਆਂ ਨੂੰ ਬਹੁਤਾ ਇੰਤਜ਼ਾਰ ਆਪਣੇ ਬੈਗ ਲੈਣ ਨੂੰ ਨਹੀਂ ਕਰਨਾ ਪੈਂਦਾ।
ਇਸ ਤੋਂ ਇਲਾਵਾ ਕੈਨੇਡੀਅਨ 에ਅਰ ਟਰਾਂਸਪੋਰਟ ਸਿਕਿਉਰਿਟੀ ਅਥਾਰਟੀ ਵੱਲੋਂ ਅੰਕੜਾ ਪੇਸ਼ ਕੀਤਾ ਗਿਆ, ਜਿਸ ਵਿੱਚ ਪਤਾ ਚੱਲਿਆ ਕਿ ਪਿਛਲੇ ਹਫ਼ਤੇ 82% ਦੀ ਯਾਤਰੀ ਅਜਿਹੇ ਸਨ ਜਿਨ੍ਹਾਂ ਦੀ ਸਿਕਿਉਰਿਟੀ 15 ਮਿੰਟਾਂ ਵਿੱਚ ਹੀ ਕਲੀਅਰ ਹੋ ਗਈ, ਜਿਸ ਦਾ ਮਤਲਬ ਹੈ ਕਿ ਪਹਿਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਜ਼ਿਆਦਾ ਸੁਧਾਰ ਹੋਇਆ ਹੈ। Move customs forms from being an extra step at a machine inside our customs hall to now being able to be filled online 72 hours before your departure. This, coupled with our investment that we have made in state-of-the-art technology of e-gates in our customs halls, along with Canadian Border Services Agency, opens the door to the near future of an almost fully digital border. You can now see on our website live security wait times. And in the near future, virtual queuing will allow passengers to reserve their space and time in the security screening line before they show up at the airport, giving more certainty, more choice to the passenger, which is what we strive to give. ਵਾਹਨ ਆਪਸ ਵਿੱਚ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਇੱਕ ਔਰਤ ਜ਼ਖਮੀ ਹੋਈ ਹੈ। ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਔਰਤ ਦੀ ਹਾਲਤ ਗੰਭੀਰ ਦੱਸੀ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਕਾਰਬਰੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਦਸੇ ਵਿੱਚ ਇੱਕ ਔਰਤ ਕਾਫੀ ਜ਼ਿਆਦਾ ਜ਼ਖਮੀ ਹੋਈ ਹੈ। ਪੁਲਿਸ ਵੱਲੋਂ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਦੋ ਵਾਹਨ ਆਪਸ ਵਿੱਚ ਟਕਰਾਏ ਨੇ, ਜਿਸ ਤੋਂ ਬਾਅਦ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ 3:30 ਦੇ ਕਰੀਬ ਦੁਪਹਿਰ ਸਮੇਂ ਵਿਕਟੋਰੀਆ ਪਾਰਕ ਦੇ ਨੇੜਿਓਂ ਸਾਹਮਣੇ ਆਇਆ। ਪੁਲਿਸ ਦੇ ਦੱਸਣ ਮੁਤਾਬਕ ਯਾਤਰੀ ਨੂੰ ਵਾਹਨ ਦੀ ਟੱਕਰ ਲੱਗੀ, ਜਿਸ ਤੋਂ ਬਾਅਦ ਉਸ ਨੂੰ ਅਨਕੌਂਸ਼ੀਅਸ ਪਾਇਆ ਗਿਆ। ਐਮਰਜੈਂਸੀ ਕ੍ਰਿਊਜ਼ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਪੀੜਤ ਨੂੰ CPR ਦਿੱਤਾ ਗਿਆ। ਇਸ ਤੋਂ ਬਾਅਦ ਇਸ ਔਰਤ ਨੂੰ ਟਰਾਮਾ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਗੰਭੀਰ ਹਾਲਤ ਵਿੱਚ ਭਰਤੀ ਕਰਵਾਉਣ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਪੈਰਾਮੈਡਿਕਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਘਟਨਾ ਵਿੱਚ ਹੋਰ ਵੀ ਜ਼ਖਮੀ ਹੋਏ ਨੇ। ਇੱਕ ਔਰਤ ਅਤੇ ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਸੀ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਵਾਲੀ ਥਾਂ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ, ਕਿਉਂਕਿ ਇੱਥੇ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਪੀੜਤਾਂ ਦੇ ਨਾਮ ਚਿੰਤਕ ਨਹੀਂ ਕੀਤੇ ਗਏ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਇਸ ਹਾਦਸੇ ਦੇ ਕਾਰਨ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਦਿੱਤੀ ਜਾਵੇਗੀ। ਦੋ ਘਰ ਵਿੱਚੋਂ 4 ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਹੈ, ਜਿਸ ਸੰਬੰਧੀ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ 4 ਜਾਣਿਆਂ ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਨੇਬਰਾਸਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ 2 ਜਲ ਰਹੇ ਘਰਾਂ ਵਿੱਚੋਂ 4 ਜਾਣਿਆਂ ਦੀਆਂ ਲਾਸ਼ਾਂ ਮਿਲੀਆਂ ਨੇ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੁਣ ਇਸ ਮਾਮਲੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ। ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ। ਅਥਾਰਟੀਜ਼ ਦਾ ਕਹਿਣਾ ਹੈ ਕਿ ਛੋਟੇ ਜਿਹੇ ਸ਼ਹਿਰ ਵਿੱਚ ਉਹਨਾਂ ਨੂੰ 4 ਜਾਣੇ ਮ੍ਰਿਤਕ ਮਿਲੇ ਨੇ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਇੱਕ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਚਾਰੋਂ ਮਾਮਲੇ ਹੋਮਿਸਾਈਡ ਦੇ ਦੱਸੇ ਜਾ ਰਹੇ ਨੇ। ਸਟੇਟ ਪੈਟਰੋਲ ਸਵੈਟ ਟੀਮ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਜੇਸਨ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਉਮਰ 42 ਸਾਲ ਦੇ ਕਰੀਬ ਦੱਸੀ ਗਈ ਹੈ। ਜਿਸ ਥਾਂ ਦੇ ਉੱਪਰ ਲਾਸ਼ਾਂ ਮਿਲੀਆਂ ਉਸੇ ਸ਼ਹਿਰ ਦੇ ਨਾਲ ਸੰਬੰਧਿਤ ਵਿਅਕਤੀ ਦੱਸਿਆ ਜਾ ਰਿਹਾ ਹੈ। ਪੀੜਤਾਂ ਦੇ ਨਾਮ ਵੀ ਪੁਲਿਸ ਵੱਲੋਂ ਜਨਤਕ ਕੀਤੇ ਗਏ। ਉਹਨਾਂ ਦੇ ਨਾਮ ਜੀਨ ਉਮਰ 86 ਸਾਲ, ਜੈਨੇਟ ਉਮਰ 85 ਸਾਲ, ਡੈਨਾ ਉਮਰ 55 ਸਾਲ ਦੇ ਤੌਰ ਦੇ ਉੱਪਰ ਦੱਸੇ ਗਏ ਨੇ। ਸਿਰਫ 3 ਪੀੜਤਾਂ ਦੀ ਪਹਿਚਾਣ ਉਹਨਾਂ ਵੱਲੋਂ ਅਜੇ ਦਿੱਤੀ ਗਈ ਹੈ। ਇਹ ਤਿੰਨੋਂ ਜਾਣੇ ਐਲਮ ਸਟਰੀਟ ਦੇ 500 ਬਲਾਕ ਦੇ ਨੇੜੇ ਘਰ ਵਿੱਚ ਰਹਿ ਰਹੇ ਸਨ। ਇਨ੍ਹਾਂ ਸਾਰਿਆਂ ਦੇ ਹੀ ਸਰੀਰ ਉੱਪਰ ਗੋਲੀਆਂ ਦੇ ਨਿਸ਼ਾਨ ਮਿਲੇ, ਜਿਸ ਬਾਰੇ ਸਟੇਟ ਪੈਟਰੋਲ ਵੱਲੋਂ ਜਾਣਕਾਰੀ ਦਿੱਤੀ ਗਈ। ਚੌਥੇ ਪੀੜਤ ਦੀ ਪਹਿਚਾਣ ਵੀ ਸਾਂਝੀ ਕੀਤੀ ਗਈ, ਜੋ ਕਿ ਮਿਸ਼ੈਲ ਉਮਰ 53 ਸਾਲ ਦੇ ਕਰੀਬ ਦੱਸੀ ਗਈ। ਇਹ ਐਲਮ ਸਟਰੀਟ ਦੇ 200 ਬਲਾਕ ਵਿੱਚ ਰਹਿ ਰਹੀ ਸੀ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਪੁਲਿਸ ਵੱਲੋਂ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਿੱਚ ਪੰਜਾਬੀ ਦਾ ਕਤਲ, ਪੁਲਿਸ ਨੇ ਦੋਸਤ ਨੂੰ ਕੀਤਾ ਗ੍ਰਿਫਤਾਰ। ਸੁਪਰ ਵੀਜ਼ਾ ਕਿਉਂ ਹੋ ਰਹੀ ਰਿਫਿਊਜ਼, ਸਰਕਾਰ ਦੇ ਦਾਅਵੇ ਤੇ ਉੱਠੇ ਸਵਾਲ। ਪ੍ਰਵਾਸੀਆਂ ਨੂੰ ਮੈਡੀਕੇਅਰ ਕਾਰਡ ਵਾਸਤੇ ਆ ਰਹੀ ਪਰੇਸ਼ਾਨੀ, ਪ੍ਰਵਾਸੀਆਂ ਨੂੰ ਕਰਨਾ ਪੈ ਰਿਹਾ ਹੈ ਇਸ ਵਾਸਤੇ ਲੰਬਾ ਇੰਤਜ਼ਾਰ। ਇੱਕ ਮਹੀਨੇ ਵਿੱਚ ਘੱਟ ਹੋਈਆਂ 31,000 ਨੌਕਰੀਆਂ, ਜੁਲਾਈ ਮਹੀਨੇ ਬਾਰੇ ਆਈ ਤਾਜ਼ਾ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।